आप सुन के हैरान होगे। स्वाभाविक सामने मेरे वाक आ गया। ਭਾਰਤ ਦੇ ਪ੍ਰਾਚੀਨ ਰਿਸ਼ੀ ਮੁਨੀਆਂ ਦੀ ਵੰਡ ਦੇ ਮੁਤਾਬਕ 4 ਵਰਨ ਬਣਦੇ ਨੇ। ਉਹ ਜਿਹੜੀ ਵੰਡ ਕੀਤੀ ਸੀ ਉਹਨਾਂ ਨੇ ਜ਼ਾਤ ਪਾਤ ਕਰਕੇ ਨਹੀਂ ਕੀਤੀ ਸੀ। ਜਿਹੜਾ ਆਪਣੇ ਸਿਰ ਦੀ ਵਰਤੋਂ ਬਹੁਤ ਜ਼ਿਆਦਾ ਕਰੇ, ਬੜਾ ਸੋਚੇ, ਜ਼ਬਾਨ ਦੇ ਅੱਗੇ ਉਹਦੀ ਸੋਚਣੀ ਹੋਵੇ, ਜ਼ਬਾਨ ਪਿੱਛੇ ਹੋਵੇ, ਪੈਰਾਂ ਦੇ ਅੱਗੇ ਵੀ ਉਸਦੀ ਅਕਲ ਹੋਵੇ, ਪੈਰ ਅੱਗੇ ਨਾ ਹੋਣ। ਮੂਰਖ ਮਨੁੱਖ ਪੈਰ ਅੱਗੇ ਨੇ, ਅਕਲ ਪਿੱਛੇ ਹੈ। ਕਦਮ ਪਹਿਲੇ ਪੁੱਟ ਲੈਂਦਾ, ਸੋਚਦਾ ਬਾਅਦ ਵਿੱਚ ਹੈ। ਸਿਆਣਾ ਅਕਲ ਅੱਗੇ, ਕਦਮ ਪਿੱਛੇ, ਸੋਚਦਾ ਪਹਿਲੇ, ਕਦਮ ਬਾਅਦ ਵਿੱਚ ਰੱਖਦਾ। ਸਿਆਣਾ ਮਨੁੱਖ ਸੋਚਦਾ ਪਹਿਲੇ, ਬੋਲਦਾ ਬਾਅਦ ਵਿੱਚ ਹੈ। ਸਿਆਣਾ ਮਨੁੱਖ ਕਰਦਾ ਬਾਅਦ ਵਿੱਚ ਹੈ, ਸੋਚਦਾ ਪਹਿਲੇ, ਮੂੜ ਕਰਦਾ ਪਹਿਲੇ, ਸੋਚਦਾ ਬਾਅਦ ਵਿੱਚ ਹੈ। ਇਹ ਪਹਿਚਾਣ। ਜਿਹੜਾ ਹਰ ਕਰਮ ਵਿੱਚ ਅਕਲ ਨੂੰ ਅੱਗੇ ਰੱਖਦਾ ਹੈ, ਸਿਰ ਨੂੰ ਅੱਗੇ ਰੱਖਦਾ ਹੈ, ਔਰ ਜਿਸ ਦਾ ਸਿਰ ਬਹੁਤ ਮਜ਼ਬੂਤ ਹੈ ਉਹਨੂੰ ਬ੍ਰਾਹਮਣ ਆਖਿਆ ਗਿਆ। ਇਹ ਬ੍ਰਾਹਮਣ ਹੈ। ਬ੍ਰਾਹਮਣ ਕੋਈ ਜ਼ਾਤ ਨਹੀਂ ਸੀ। ਇਹ ਗੱਲ ਵੱਖਰੀ ਹੈ ਕਿ ਉਸ ਵਰਗ ਦੇ ਬੰਦਿਆਂ ਨੂੰ ਬ੍ਰਾਹਮਣ ਆਖਿਆ ਗਿਆ, ਬਹੁਤਾਤ ਵਿੱਚ ਜ਼ਾਤ ਮੰਨ ਲਈ ਗਈ, ਵਰਨਾ ਇਹ ਜ਼ਾਤ ਨਹੀਂ ਹੈ। ਗੁਰਬਾਣੀ ਜ਼ਾਤ ਨਹੀਂ ਮੰਨਦੀ। ਗੁਰਬਾਣੀ ਕੀ ਕਹਿੰਦੀ ਹੈ? ਬ੍ਰਹਮ ਬਿੰਦੇ ਸੇ ਬ੍ਰਾਹਮਣਾ, ਜੋ ਬ੍ਰਹਮ ਦਾ ਚਿੰਤਨ ਕਰਦਾ ਹੈ ਬ੍ਰਾਹਮਣ। ਹੋਰ ਕਿਸ ਨੂੰ ਆਖ? ਕਹੋ ਕਬੀਰ ਜੋ ਬ੍ਰਹਮ ਵਿਚਾਰੇ, ਸੋ ਬ੍ਰਾਹਮਣ ਕਈਅਤ ਹੈ ਹਮਾਰੇ। ਜੋ ਬ੍ਰਹਮ ਦੇ ਵਿਚਾਰ ਕਰਦਾ ਹੈ ਬ੍ਰਾਹਮਣ। ਵੇਦ ਸ਼ਬਦੰ ਬ੍ਰਾਹਮਣ ਹੈ। ਵਿਦਿਆ ਦੀ ਵਿਚਾਰ ਕਰਦਾ ਹੈ, ਸੋਚਦਾ ਹੈ ਬ੍ਰਾਹਮਣ। ਸਿਰ ਨੂੰ ਅੱਗੇ ਕਰਦਾ ਹੈ ਬ੍ਰਾਹਮਣ। ਹੱਥ ਅੱਗੇ ਨੇ, ਹੱਥਾਂ 'ਚ ਤਾਕਤ ਹੋਣੀ ਚਾਹੀਦੀ। ਸਿਰ ਵਿੱਚ ਨਹੀਂ ਹੈ ਤੇ ਨਾ ਸਹੀ। ਹੱਥ ਮਜ਼ਬੂਤ ਹੋਣੇ ਚਾਹੀਦੇ। ਮੇਰੇ 2 ਹੱਥ ਇਤਨੇ ਮਜ਼ਬੂਤ ਹੋਵਨ, 1000 ਹੱਥਾਂ ਨੂੰ ਜਕੜ ਕੇ ਰੱਖਦੇ ਨੇ। ਪਤਾ ਹੈ ਭਾਰਤ ਵਿੱਚ ਇੱਕ ਐਸਾ ਪੁਰਸ਼ ਹੋਇਆ ਜਿਹਦਾ ਨਾਂ ਸੀ ਸਹਿਨਸਰ ਬਾਹੂ। ਸਹਿਨਸਰ ਬਾਹੂ, ਸਹੰਸ ਕਹਿੰਦੇ ਨੇ 1000 ਨੂੰ, 1000 ਬਾਹਾਂ ਵਾਲਾ। ਮਿਥਿਹਾਸ ਦੇ ਵਿੱਚੋਂ ਸੱਚਾਈ ਕੱਢਣੀ ਪਏਗੀ। 1000 ਬਾਹਾਂ ਇੱਕੋ ਹੀ ਮਨੁੱਖ ਦੀਆਂ ਹੋਣ ਤਾਂ ਮੇਰੇ ਖਿਆਲ ਸਾਰਾ ਹਾਲ ਕਮਰੇ 'ਚੋਂ ਇਕੱਲਾ ਹੀ ਬੈਠ ਸਕੇਗਾ। 1000 ਬਾਹਾਂ, ਬਹੁਤ ਵੱਡਾ ਸਰੀਰ ਚਾਹੀਦਾ ਹੈ। 1000 ਬਾਹਾਂ। ਪਰ ਮਹਿਰਜ ਕਰਾਂ ਸੱਚਾਈ ਹੈ, ਹੁੰਦੇ ਨੇ ਸਹਿਨਸਰ ਬਾਹੂ ਹਨ ਤੇ ਉਸਦੇ ਕੋਲ 2 ਹੱਥ, ਔਰ ਉਹਦੇ ਕੋਲ 1000 ਹੱਥ ਜੁੜੇ ਹੁੰਦੇ ਨੇ, ਜੋੜ ਕੇ ਖੜੇ ਹੁੰਦੇ ਨੇ। ਉਹਦੇ 2 ਹੱਥ 1000 ਹੱਥਾਂ ਨੂੰ ਬੰਨ ਕੇ ਰੱਖ ਦਿੰਦੇ। ਉਹਦੇ 2 ਹੱਥ 1000 ਦੇ ਸਿਰਾਂ ਨੂੰ ਝੁਕਾ ਕੇ ਰੱਖ ਦਿੰਦੇ। ਸਹਿਨਸਰ ਬਾਹੂ। ਹਰ ਮਨੁੱਖ ਦੀ ਕੋਸ਼ਿਸ਼ ਹੈ ਮੇਰੀਆਂ 2 ਬਾਹਾਂ ਦੇ 1000 ਬਾਹਾਂ ਦਾ ਬਲ ਹੋਵੇ। ਸਹਿਨਸਰ ਬਾਹੂ ਕੌਣ ਨਹੀਂ ਬਣਨਾ ਚਾਹੁੰਦਾ? ਸਭ ਕੁਝ ਮੇਰੇ ਹੱਥਾਂ 'ਚ ਹੋਵੇ, ਸਭ ਕੁਝ ਮੇਰੀ ਮੁੱਠੀ ਦੇ 'ਚ ਹੋਵੇ। ਮੁਗਲ ਸ਼ਹਿਨਸ਼ਾਹ ਤੇ ਆਪਣਾ ਤਖੱਲੁਸ ਹੀ ਇਸੇ ਤਰ੍ਹਾਂ ਰੱਖਦੇ ਰਹੇ। ਜਹਾਂਗੀਰ, ਸਾਰਾ ਜਹਾਨ ਮੇਰੀ ਪਕੜ ਦੇ 'ਚ, ਮੇਰੀ ਮੁੱਠੀ ਦੇ 'ਚ। ਅਕਬਰ, ਜਲਾਲੁਦੀਨ ਤੇ ਨਾਮ ਸੀ ਅਕਬਰ। ਪਤਾ ਅਕਬਰ ਕਿਸ ਨੂੰ ਕਹਿੰਦੇ ਨੇ? ਅਕਬਰ ਦੇ ਅੱਖਰ ਸਭ ਤੋਂ ਵੱਡਾ। ਇਸੇ ਵਾਸਤੇ ਮੁਸਲਮਾਨ ਕਹਿੰਦੇ ਨੇ ਅੱਲਾਹੂ ਅਕਬਰ, ਅੱਲਾ ਹੀ ਅਕਬਰ ਹੈ। ਹੋਵੇਗਾ ਅੱਲਾ ਅਕਬਰ। ਜਲਾਲੁਦੀਨ ਨੇ ਕਿਹਾ ਮੈਂ ਅਕਬਰ, ਗੱਲ ਖਤਮ। ਜਲਾਲੁਦੀਨ ਅਕਬਰ। ਕੌਣ ਨਹੀਂ ਅਕਬਰ ਬਣਨਾ ਚਾਹੁੰਦਾ? ਕੌਣ ਸਾਰਿਆਂ ਤੋਂ ਵੱਡਾ ਨਹੀਂ ਬਣਨਾ ਚਾਹੁੰਦਾ? ਔਰ ਇਹ ਹੰਕਾਰ ਸ਼ਿਖਰ ਤੇ ਹੋਵੇ ਤੇ ਮਨੁੱਖ ਚਾਹੁੰਦਾ ਹੈ ਖੁਦਾ ਨੂੰ ਵੀ ਛੋਟਾ ਦਿਖਾਣਾ ਹੈ। ਹੰਕਾਰ ਵੀ ਐਸਾ ਕਰਦਾ ਹੈ। ਹਰਨਾਕਸ਼ ਨੇ ਕੀਤਾ ਸੀ। ਰੱਬ ਕੀ ਆਉਂਦਾ? ਮੈਂ ਖੁਦ ਰੱਬ ਹਾਂ। ਐਸਾ ਕੀਤਾ ਸੀ ਨਮਰੂਦ ਨੇ। ਖੁਦਾ ਕੀ ਆਉਂਦਾ? ਮੈਂ ਖੁਦ ਖੁਦਾ ਹਾਂ।
ਕੀਤਾ ਸੀ ਉਸਨੇ। ਹੱਥ ਇਤਨੇ ਮਜ਼ਬੂਤ ਹੋਵਨ, ਸਾਰੇ ਹੱਥ ਮੇਰੇ ਅੱਗੋਂ ਜੁੜੇ ਹੋਵਨ। ਹੱਥਾਂ ਵਿੱਚ ਇਤਨੀ ਤਾਕਤ ਹੋਵੇ, ਹਜ਼ਾਰਾਂ ਸਿਰ ਮੇਰੇ ਅੱਗੋਂ ਝੁਕ ਜਾਵਨ। ਸਹਿਨਸਰ ਬਾਹੂ। एक उर्दू का शायर कहता है, किसी के एक आंसू पर हजारों दिल तड़पते हैं, किसी का उम्र भर रोना यूं ही बेकार जाता है। एक हंजू निकले हजारां दिल रो उठे ने। सारी जिंदगी कोई रोंदा रहा, किसी ने पूछया भी नहीं क्यों रोंदा, क्यों रोना। सहनसर बाहू, दो हत्थां विच बहुत वड्डी ताकत। इस तरह की शक्ति का जो मुतलाशी होवे ते हत्थां नूं ही मजबूत करना चाहे, उन्होंने कहते सन खत्री, छत्री। छत्री दे अखरी अर्थ में शस्त्र जिसके हत्थ च है, शक्ति जिसके हत्थ च है, छत्री। ਇਹਦਾ ਅਪਰਭ੍ਰੰਸ਼ ਹਿੰਦੀ ਪੰਜਾਬੀ 'ਚ ਖੱਤਰੀ ਅਸੀਂ ਕਹਿ ਦਿੰਦੇ ਹਾਂ, ਵਰਨਾ ਲਫ਼ਜ਼ ਸੰਸਕ੍ਰਿਤ ਦਾ ਛਤਰੀ। ਸ਼ਸਤਰ ਜਿਹਦੇ ਕੋਲ ਹੈ, ਸ਼ਕਤੀ ਜਿਹਦੇ ਕੋਲ ਹੈ, ਛਤਰੀ। ਹੱਥ ਬੜੇ ਮਜ਼ਬੂਤ ਨੇ, ਹੱਥਾਂ 'ਚ ਬੜੀ ਤਾਕਤ ਹੈ। ਇਹ ਦੋ ਹੱਥ ਹਜ਼ਾਰਾਂ ਹੱਥਾਂ ਨੂੰ ਮਜਬੂਰ ਕਰ ਸਕਦੇ ਨੇ ਹੱਥ ਜੋੜਨ 'ਤੇ। ਇਹ ਦੋ ਹੱਥ ਇਤਨੇ ਮਜ਼ਬੂਤ ਨੇ, ਹਜ਼ਾਰਾਂ ਸਿਰਾਂ ਨੂੰ ਝੁਕਾ ਸਕਦੇ ਨੇ। छत्री। फिर जिहड़ा बारीक काम ना कर सके, अकल नूं अगे करना उहदा सुभाव नहीं। हत्थां नूं मजबूत करना भी उहदा सुभाव नहीं। हर वक्त भारी वजनी काम दे च अपने आप नूं लाई रखना। जैसे सारे शरीर का वजन सिर का, हत्थां का, पेट का कौन चुकते हैं? पैर। जात नहीं है, शूदर कोई यात नहीं है, पैर शूदर ने। पर शूदर की महानता है, सिर नहीं पूजया जाता, हथ नहीं पूजे जाते, चरण नहीं पूजे जाते। ये भी महज करते हैं। भार चुकते, पेट का भी भार चुकया, हत्थां का भी भार चुकया, सिर का भी भार चुकया। वजने कम, भारी कम ये ना करन, सारा संसार रुक जाएगा। कोई मकान ना बनावे, कोई मोए ढोरां दी खल ना लावे, जुतियां ना बनावे, कपड़ा ना बनावे, इट्टां ना बनावे। ये सब वजनी कम सन, भारी कम सन। तो सिर्फ सिर वाला किथे रवेगा? सिर्फ हत्थां वाले दियां लोड़ां कित्थों पूरीआं होणगीआं? इस वास्ते जिन्हां जिन्हां मुल्कां शूदर दा, किरती बंदे दा सत्कार होया, सन्मान होया, उत्थे उत्थे किरत करके धन वध गया। भारत दा मुफलिस होना कारण दो सन। एक ते 1000 साल की गुलामी, दूसरा किरती बंदा शूदर है, जुलाहा शूदर है, चमार शूदर है, राजमिस्त्री शूदर है, लोहार शूदर है, दरकान शूदर, सब शूदर जो किरत करते हैं। ते धन ते किरत नाल आएगा। किरती शूदर। पछड़ गया देश, नहीं तो देश सारी दुनिया के देशों नालों अगे से। मंगोल भी भारत गए अपनी उदर पूर्ति लई, ईरान गया, अफगानिस्तान गया, अरब गया, फ्रेंच गए, डच गए, पुर्तगेज गए, अंग्रेज गए। सारियां दी निगाह विच भारत सी, वो केंद्र सी जैसे अज सारियां दी निगाह च अमेरिका बने हुए है। अमेरिका तो भी वध सी भारत। मंगोल उत्थे ही आए, डच उत्थे ही आए, पुर्तगेज उत्थे ही आए, अफगानी उत्थे आए, उज़्बेकिस्तानी और टर्कश तुर्की दे लोग, ईरानी, अरबियन, अंग्रेज, फ्रेंच,
ਸਭ ਦੀ ਉਦਰ ਪੂਰਤੀ ਦਾ ਕੇਂਦਰ ਭਾਰਤ ਸੀ, ਸੋਨੇ ਦੀ ਚਿੜੀਆ ਸੀ। 1000 ਸਾਲ ਦੀ ਗੁਲਾਮੀ ਔਰ 1000 ਸਾਲ ਤੱਕ ਲੁਟੇਰੇ ਲੁੱਟਦੇ ਰਹੇ। ਹੁਣ ਵੀ ਤੁਸੀਂ ਚਲੇ ਜਾਓ ਲੰਡਨ ਮਿਊਜ਼ੀਅਮ ਦੇ ਵਿੱਚ, ਕਲਗੀ ਤੇ ਗੁਰੂ ਗੋਬਿੰਦ ਸਿੰਘ ਦੀ ਪਈ ਹੈ ਨਾ, ਸੋਨੇ ਦੇ ਰੱਥ ਵੱਡੇ ਵੱਡੇ ਥਾਲ ਭਾਰਤ ਤੋਂ ਲਿਆਂਦੇ ਪਏ ਨੇ, ਲਿਖਿਆ ਆ ਉੱਥੇ। ਕੋਨੂਰ ਹੀਰਾ ਭਾਰਤ ਤੋਂ ਲਿਆਂਦਾ ਉੱਥੇ ਪਿਆ। ਇਹ ਭਾਰਤ ਤੋਂ ਲਿਆਂਦੀਆਂ ਚੀਜ਼ਾਂ ਲੰਡਨ ਮਿਊਜ਼ੀਅਮ ਦੇ ਚੋਂ ਕੱਢ ਦਈਏ ਤੇ ਰਹਿੰਦਾ ਕੀ ਉੱਥੇ? ਕੱਖ, ਕੁਛ ਵੀ ਨਹੀਂ ਰਹਿੰਦਾ। ਹਜ਼ਾਰਾਂ ਪਾਉਂਡ ਦੀ ਆਮਦਨ ਹੈ, 10 ਪਾਉਂਡ ਟਿਕਟ ਹੈ, ਜਾ ਕੇ ਦੇਖੋ ਕੋਨੂਰ ਹੀਰਾ, ਸੋਨੇ ਦੇ ਥਾਲ, ਸੋਨੇ ਦੇ ਰੱਥ, ਹੀਰੇ ਮੋਤੀ, ਇਹ ਤਾਂ ਸਭ ਉੱਥੋਂ ਲਿਆਂਦੇ। ਸਾਰਿਆਂ ਨੂੰ ਪਤਾ ਸੀ ਉੱਥੇ ਕੁਝ ਹੈ, ਸਭ ਉੱਥੇ ਪਹੁੰਚੇ। ਜੈਸੇ ਸਾਰੇ ਸੂਬਿਆਂ ਦੇ ਵਿੱਚ ਅੱਜ ਵੀ ਰੋਜ਼ਗਾਰ ਸਭ ਤੋਂ ਜ਼ਿਆਦਾ ਪੰਜਾਬ ਦੇ 'ਚ ਬਿਹਾਰੀ ਪੰਜਾਬ ਆ ਰਿਹਾ ਹੈ, ਯੂਪੀ ਦੇ ਭਈਏ ਪੰਜਾਬ ਆ ਰਹੇ ਨੇ, ਬੰਗਾਲੀ ਪੰਜਾਬ ਆ ਰਹੇ ਨੇ, ਰਾਜਸਥਾਨ ਦੇ ਮੁਫਲਿਸ ਵਰਕਰ ਸਾਰੇ ਪੰਜਾਬ ਆ ਰਹੇ ਨੇ ਅੱਜ ਵੀ। ਇਸ ਤਰ੍ਹਾਂ ਆਲੇ ਦੁਆਲੇ ਦੇ ਲੋਕ ਮੁਲਕਾਂ ਦੇ ਭਾਰਤ ਆਉਂਦੇ ਸਨ। ਕਿਰਤੀ ਦਾ ਸਤਿਕਾਰ ਸੀ, ਫਿਰ ਕਿਰਤੀ ਸ਼ੂਦਰ ਬਣ ਗਿਆ, ਨਿਖੇਧ ਹੋ ਗਿਆ, ਉਹਦੀ ਛਾਇਆ ਵੀ ਨਹੀਂ ਰਹਿਣੀ। ਜਦ ਕਿਰਤੀ ਸ਼ੂਦਰ ਹੋਵੇਗਾ ਤਾਂ ਕਿਰਤ ਦੀ ਕਦਰ ਕੀਮਤ ਘਟ ਜਾਏਗੀ, ਕਿਰਤੀ ਦਾ ਸਨਮਾਨ ਘਟ ਜਾਏਗਾ। ਮੁਫਲਿਸੀ ਦਾ ਇੱਕ ਇਹ ਕਾਰਨ ਔਰ ਫਿਰ 1000 ਸਾਲ ਦੀ ਗੁਲਾਮੀ। ਉਹਨੂੰ ਸ਼ੂਦਰ ਕਹਿੰਦੇ ਨੇ ਜੋ ਵਜ਼ਨੀ ਕੰਮ, ਭਾਰੀ ਕੰਮ ਕਰਕੇ ਤੇ ਖੁਸ਼ ਹੋਵੇ, ਬਾਰੀਕ ਕੰਮ ਨਹੀਂ। ਮੇਰੇ ਕੋਲ ਪਰਿਵਾਰ ਵਿਛੋੜਾ ਜੋ ਅਸਥਾਨ ਹੈ ਅਨੰਦਪੁਰ ਸਾਹਿਬ ਦੇ ਰਸਤੇ 'ਚ, ਉੱਥੋਂ ਦੇ ਸੰਤ ਨੇ ਇੱਕ ਸਿੰਘ ਭੇਜਿਆ ਵੀ ਗੈਣੀ ਜੀ ਇਸ ਨੂੰ 2-3 ਸਾਲ ਨਾਲ ਰੱਖੋ, ਇਹਨੂੰ ਕਥਾ ਸਿਖਾਓ। ਠੀਕ ਹੈ। ਸਿਰਫ 5 ਦਿਨ ਮੇਰੇ ਕੋਲ ਰਿਹਾ ਤੇ 6ਵੇਂ ਦਿਨ ਕਹਿਣ ਲੱਗਾ ਗੈਣੀ ਜੀ ਮੈਨੂੰ ਛੁੱਟੀ ਦਿਓ, ਮੈਂ ਜਾਣਾ। ਮੈਂ ਕਿਹਾ ਸੰਤਾਂ ਨੇ ਤੇ ਕਿਹਾ 2-3 ਸਾਲ ਰੱਖੋ। ਕਹਿਣ ਲੱਗੇ ਪੋਥੀਆਂ ਮੇਰੇ ਕੋਲ ਨਹੀਂ ਪੜ੍ਹੀਆਂ ਜਾਂਦੀਆਂ ਜਿਹੜੀਆਂ ਤੁਸੀਂ ਕਹਿੰਦੇ ਹੋ। ਤੁਸੀਂ ਕਹਿੰਦੇ ਹੋ ਕਥਾ 'ਚ ਨੋਟ ਲਿਆ ਕਰੋ, ਤੁਹਾਡੀ ਕਥਾ ਮੇਰੀ ਸਮਝ 'ਚ ਨਹੀਂ ਆਉਂਦੀ। ਇਹ ਪੜ੍ਹਨ ਦੀ ਸਿਰ ਖਪਾਈ ਮੇਰੇ ਕੋਲ ਹੈ ਨਹੀਂ, ਮੈਂ ਨਹੀਂ ਕਰਦਾ। ਪਰ ਕੱਪੜੇ ਧੋਣਾ, ਲੰਗਰ ਬਣਾਉਣਾ ਇਹ ਤੁਹਾਡੇ ਕੋਲ ਹੈ ਨਹੀਂ। ਲੰਗਰ ਤੁਸੀਂ ਘਰਾਂ ਛਕ ਲੈਂਦੇ ਹੋ, ਗੁਰਦੁਆਰੇ ਛਕ ਲੈਂਦੇ ਹੋ, ਇਹ ਬਣਾਉਣ ਵਾਸਤੇ ਵੀ ਨਹੀਂ, ਕੋਈ ਹੋਰ ਕੰਮ ਵੀ ਨਹੀਂ। ਆਪਾਂ ਤੇ ਔਖੇ ਹੋ ਗਏ, ਇੱਥੇ ਨਹੀਂ ਰਹਿ ਸਕਦੇ ਤੁਹਾਡੇ ਨਾਲ। ਮੇਰੇ ਮੂੰਹ 'ਚ ਨਿਕਲ ਗਿਆ ਸ਼ੂਦਰ, ਤੇਰੀ ਖੁਸ਼ੀ ਹੈ ਤੈਨੂੰ ਕੋਈ ਭਾਰਾ ਕੰਮ ਮਿਲੇ ਤੇ ਭਾਰਾ ਕੰਮ ਮੇਰੇ ਕੋਲ ਨਹੀਂ, ਤੂੰ ਚਲਾ ਹੀ ਜਾ। ਠੀਕ ਹੈ, ਵਜ਼ਨੀ ਕੰਮ, ਵਜ਼ਨੀ ਕੰਮ ਕਰਕੇ ਖੁਸ਼ ਹੋਵੇ। ਸ਼ੂਦਰ ਦੀ ਨਿੰਦਾ ਨਹੀਂ, ਤੱਪੜ ਝਾੜਨਾ, ਲੰਗਰ ਬਣਾਉਣਾ, ਲੰਗਰ ਵੰਡਣਾ, ਵਜ਼ਨੀ ਚੀਜ਼ਾਂ ਚੁੱਕਣੀਆਂ, ਅਗਰ ਇਹ ਕੋਈ ਨਾ ਕਰੇ ਸਾਰਾ ਸਮਾਜ ਰੁਕ ਜਾਏਗਾ, ਸਾਰਾ ਕੰਮ ਠੱਪ ਹੋ ਜਾਏਗਾ। ਉਹਦੀ ਮਹਿਮਾ ਹੈ ਆਪਣੇ। ਉਹਨੂੰ ਸ਼ੂਦਰ ਆਖਿਆ ਗਿਆ ਜੋ ਵਜ਼ਨੀ ਕੰਮ ਕਰਕੇ ਖੁਸ਼ ਹੋਵੇ, ਸੇਵਾ ਕਰਕੇ ਖੁਸ਼ ਹੋਵੇ। ਇੱਕ ਚੌਥਾ ਵਰਨ, ਬਸ ਆਪਣੇ ਪੇਟ ਦਾ ਹੀ ਖਿਆਲ, ਇਹ ਹੀ ਭਰਿਆ ਹੋਣਾ ਚਾਹੀਦਾ, ਤਿਜੋਰੀ ਭਰੀ ਹੋਣੀ ਚਾਹੀਦੀ, ਘਰ ਭਰਿਆ, ਬਾਕੀ ਛੱਡੋ। ਭਾਵੇਂ ਸਾਰਿਆਂ ਦੇ ਘਰ ਖਾਲੀ ਹੋ ਜਾਣ, ਮੇਰਾ ਭਰਨਾ ਚਾਹੀਦਾ। ਭਾਵੇਂ ਸਾਰਿਆਂ ਦੀ ਤਿਜੋਰੀ ਖਾਲੀ ਹੋ ਜਾਏ, ਮੇਰੀ ਜੇਬ ਭਰੀ ਹੋਣੀ ਚਾਹੀਦੀ। ਭਾਵੇਂ ਸਾਰੇ ਭੁੱਖੇ ਮਰਨ, ਮੇਰਾ ਪੇਟ ਭਰਿਆ ਹੋਣਾ ਚਾਹੀਦਾ। ਇਹਨੂੰ ਕਹਿੰਦੇ ਨੇ ਵੈਸ਼। ਵੈਸ਼। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਬੋਲ ਸੁਣੋ, ਸ੍ਰਿਸ਼ਟ ਸਭ ਇੱਕ ਵਰਨ ਹੋਈ। ਸਾਰੀ ਸ੍ਰਿਸ਼ਟੀ ਇੱਕੋ ਹੀ ਵਰਨ ਹੋ ਗਈ। ਗੁਰੂ ਨਾਨਕ। ਧਰਮ ਕੀ ਗਤ ਰਹੀ,
गत कहते हैं चलन नूं, गति चलन। धर्म की गत रही, धर्म का चलना रह गया, नहीं चल रहा। गुरु नानक की होया जो नवे तो नवे गुरुद्वारे बन रहे, मस्जिदां बन रही, मंदिर बन रहे, मनुख नाल धर्म नहीं चल रहा, नहीं चल रहा। धर्म की गत रही, गति कहते हैं चलन नूं, धर्म नहीं चल रहा। मनुख नाल परिवार चल रहा है, मनुख नाल राजनीति चल रही है, मनुख नाल कारोबार चल रहा है, मनुख नाल समाज चल रहा है, मनुख नाल धर्म नहीं चल रहा, नहीं चल रहा। धर्म की गत रही, क्यों? धर्म क्यों नहीं चलता? महाराज कहते श्रेष्ठ सब एक वरण होई, इको वरण हो गया। क्या सारे ब्राह्मण हो गए? नहीं, ब्राह्मण नाल ते धर्म चलता है। रामानंद ब्राह्मण है, परमानंद ब्राह्मण है, जयदेव ब्राह्मण है। असीं उसकी बाणी नूं मत्था टेकदे हां, धन गुरु ग्रंथ साहिब दे विच बैठे ने। ब्राह्मण नाल धर्म चलता है। क्या सारे शूदर हो गए? शूदर नाल ते धर्म चलता है। रविदास बैठा है, कबीर बैठा है, नामदेव बैठा है, भारी काम करने वाले, सदना बैठा है, सैन बैठा है, वजनी काम करने वाले, इन्हां नाल ते धर्म चलता है। और वाकई चलिया उन्हां नाल धर्म। क्या सारे खत्री हो गए? नहीं, खत्रियां नाल धर्म चलता है। 24 अवतार खत्री सन। दूर क्यों जाओ, 10 गुरु साहिबान क्षत्री सन। क्षत्री को पूतों बामण को ना है, गुरु गोबिंद सिंह इंज कहते हैं दसम ग्रंथ। क्षत्री को पूतों बामन को ना है, क्षत्री का पुत्र। क्षत्री नाल धर्म चलता है। सारे अवतार भारत के क्षत्री सन। महात्मा बुद्ध क्षत्री से, स्वामी महावीर क्षत्री सन, श्री राम कृष्ण क्षत्री सन, 10 गुरु साहिबान क्षत्री ने। सारे अवतार ते क्षत्री ने। बहुत सारे भगत क्षत्री ने। ये भी मैरिज कर दें। भगत पीपा क्षत्री है, राजा से, क्षत्री खानदान चो से। तो मैरिज करा, क्षत्री नाल धर्म चलता है, शूदर नाल धर्म चलता है, ब्राह्मण नाल धर्म चलता है। फिर जो ये सतगुरु कह रहे हैं श्रेष्ठ सब एक वर्ण होई, धर्म की गत रही। सारी सृष्टि इको वर्ण हो गई है, धर्म नहीं चलता पाया। सारे ब्राह्मण हो गए, कतई नहीं। सारे क्षत्रिय हो गए, कतई नहीं। सारे शूद्र हो गए ने, बिल्कुल नहीं। वजनी काम करके भी कोई खुश नहीं, अज बथेरे खुश नहीं ने, वरना धर्म चलता है। सिर्फ सेवा करदे ही मनुख परमात्मा नूं मिल सकता है। गुर सेवा तप्पां सिर तपसार, सेवा ही जोड़ सकते। वो केड़ा वरण है जिहदे नाल धर्म नहीं चलता? धर्म की गत रही। महाराज करन सारे ही वैश हो गए, वैश। सारे ही बाणियां हो गए, सारे ही मारवाड़ी हो गए, सारे ही वैश हो गए। वैश का काम की है? कीमत मिलनी चाहिए, मुल मिलना चाहिए, बेचना है, बेचना है, मुल मिलना चाहिए। ये छोटियां मोटियां दुकानां कढ़ के, स्टोर चला के अपनी किरत करने वाले इन्हों भुल के किधरे वैश ना कह देना। फिर किसनों कहते हैं वैश? चंगा चौखा मुल मिलना चाहिए। इज्जत भी बेच सकते हैं। की आउंदी इज्जत? चंगी चौखी कीमत मिलनी चाहिए। अपनी अणख भी वेख सकते हैं, कौम भी बेच सकते हैं। की आउंदी है कौम? अपना देश भी बेच सकते हैं, धर्म बेच सकते हैं, ईमान बेच सकते हैं। की आउंदा है धर्म? अपनी रहत बैत बेच सकते हैं, धर्म बेच सकते हैं, ईमान बेच सकते हैं, कला बेच सकते हैं। बिकदी पई है कला, कीर्तन बिकदा पिया, कथा बिकदी पई है, पाठ बिकदा पिया, सेवा बिकदी पई है। ये भी मैरिज करते हैं।
कोई क्षत्रिय कीर्तन नहीं कर रहे, कोई क्षत्रिय कथा भी नहीं कर रहे, ब्राह्मण कथा नहीं कर रहे, शूद्र कथा नहीं कर रहे, वैश्य कर रहे, बेचने हैं। मुल मिलना चाहिए। कीर्तन बेचना है, पेटा नहीं, बेचना है, कीमत मुल। मैं किधरे दो शब्द जयपुर कह बैठा 25-30 हज़ार का इकट्ठ संगतां दा, 10-15 नामवर जथे, 2-3 जथे दास दे नाल गए सन, 5-7 कथावाचक। मैं ऐ पंक्तियां सुते सिद्ध कोई 1.5 घंटा इसते बोले, कुछ जथे मेरे दुआले हो गए। तो साड़ी बड़ी बदनामी की थी। मैं आख्या फिर जरा कबूल कर लो तुसी वैश हो, तो जे तुसी वैश नहीं तो थोड़ी काहदी बदनामी है, किहड़ी गल दी बदनामी। नामवर जथे सन, बड़ा उत्थे तनाव खड़ा हो गया। मैं आख्या अगर तुसी कबूल दे हो कि तुसी वैश हो फिर तो मैं ठीक आख्या, तो तुसी जे वैश नहीं हो तो मैं आखे तो तुसी बुरा क्यों मनाते पे, औखे क्यों हो रहे हो। गुरु नानक कह रहे हैं, मैं तो पढ़ के सुनाया, श्रेष्ठ सब एक वर्ण होई, धर्म की गतरे। कला बेचनी है, ज्ञान बेचना है, कथा बेचनी है, कीर्तन बेचना है, पाठ बेचना है, गुरुद्वारे सेवा कर रहे हैं बेचनी है, ये बदले च कुछ चाहिए, एवं नहीं सेवा कर रहे। वैश 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 नाल धर्म नहीं चलता, कतई नहीं चलता। जिस गल दे उत्ते वो नामवर चोटी दे जथे औखे होए, वो इसते वैश शब्द वैशिया दे बड़े निकटवर्ती है। वैशिया वैशिया जो बाजार दे बैठ के अपनी असमत बेचती है, इज्जत बेचती है, अपना तन बेचती है। वैशिया वैश जो सब कुछ बेचता है, की इज्जत, की अणख, की कौम, की धर्म, की ईमान, सब कुछ बेचना है। मुल मिलना चाहिए, कीमत मिलनी चाहिए। कौम की आती है, कीमत मिलनी चाहिए। इन्हां 20 सालियां पता नहीं कितनिया ने कौम नूं बेचे, कितनिया ने ईमान बेचे, कितनिया ने धर्म बेचे, कितनिया ने अणख बेची है, कितनिया ने असमत बेची है। दूर क्यों जाओ। वैश नाल धर्म नहीं चलता, गुरु नानक कह रहे हैं। हाँ पंक्ति ना होंदी फिर मेरे को जरूरत नहीं सी, ये पंक्ति मैनू बचांदी है। धन गुरु नानक देव जी दे बोल, श्रेष्ठ सब एक वर्ण होई, सारी सृष्टि इको वर्ण हो गई। बाबा जी सारे ब्राह्मण हो गए, कतई नहीं, ब्राह्मण नाल ते धर्म चलता है। ब्रह्म चिंतन करता है, सिर दी वरतों करता है। शूद्र नाल धर्म चलता है, सेवा करता है। क्षत्रिय नाल धर्म चलता है, सूरबीरता है, देश कौम मजलूम की रक्षा करता है। ताकतवर चाहिए, हथ ताकत चाहिए। वैश नाल नहीं चलता, बस सिर्फ पेट ही भरना, तिजोरी भरनी, घर भरना। ईमान बिकदा है तो बेचो, कीमत मिलनी चाहिए। धर्म बिकदा है तो बेचो। विदेश आने तो पहले ही पंजाब के नौजवान केस एयरपोर्ट तो पहले ही कटा के आउंदे, बेच के आते हैं। अजे मुल भी नहीं मिलिया, बेचना पहले शुरू कर दिता भी कम से कम मुल तो मिल जाए तो बेचो। अजे मुल भी नहीं मिलिया, सिखी बेच दी, रहत बैत बेच देती, कलगीधर दा दिता होया रूप बेच दिता। कोई अणख बेचता है, कोई असमत बेचता है। वैश जो सब कुछ बेचता है, वैशिया जो सिर्फ इज्जत बेचती है, असमत बेचती है, अपना तन बेचती है।